ਧਰਮਿੰਦਰ ਪ੍ਰਧਾਨ ਦੇ ਅਸਤੀਫੇ ਤੋਂ ਬਾਅਦ ਖਾਲੀ ਸੀ ਅਹੁਦਾ ਤਾਂ ਫਿਰ ਕਿਸ ਨੂੰ ਦਿੱਤਾ ਜਾਵੇ ਸਿੱਖਿਆ ਮੰਤਰੀ ਦਾ ਚਾਰਜ। ਤਾਂ ਖਬਰ ਸਾਹਮਣੇ ਆ ਗਈ ਕਿ ਪ੍ਰਹਲਾਦ ਜੋਸ਼ੀ ਦੇਸ਼ ਦੇ ਨਵੇਂ ਸਿੱਖਿਆ ਮੰਤਰੀ ਹੋਣਗੇ। ਹਾਲਾਂਕਿ ਫਿਲਹਾਲ ਉਹਨਾਂ ਦੇ ਕੋਲ ਐਡੀਸ਼ਨਲ ਚਾਰਜ ਹੋਵੇਗਾ। ਅਹਿਮ ਤੇ ਵੱਡੀ ਖਬਰ, ਪ੍ਰਹਲਾਦ ਜੋਸ਼ੀ ਨੂੰ ਸਿੱਖਿਆ ਮੰਤਰੀ ਦਾ ਵਾਧੂ ਚਾਰਜ ਮਿਲਿਆ। ਕੇਂਦਰ ਸਰਕਾਰ ਨੇ ਜ਼ਿੰਮੇਵਾਰੀ ਸੌਂਪੀ ਹੈ। ਧਰਮਿੰਦਰ ਪ੍ਰਧਾਨ ਦੇ ਅਸਤੀਫੇ ਤੋਂ ਬਾਅਦ ਇਹ ਜ਼ਿੰਮੇਵਾਰੀ ਮਿਲੀ ਹੈ। ਪ੍ਰਹਲਾਦ ਜੋਸ਼ੀ ਪਹਿਲਾਂ ਹੀ ਕੇਂਦਰ ਸਰਕਾਰ ਦੇ ਵਿੱਚ ਖਪਤਕਾਰ ਮਾਮਲੇ, ਖੁਰਾਕ ਤੇ ਜਨਤਕ ਵੰਡ ਮੰਤਰਾਲੇ ਨੂੰ ਸੰਭਾਲ ਰਹੇ ਸਨ। ਹੁਣ ਉਹ ਸਿੱਖਿਆ ਮੰਤਰਾਲੇ ਦਾ ਵੀ ਚਾਰਜ ਸੰਭਾਲਣਗੇ, ਯਾਨੀ ਕਿ ਆਲਰੇਡੀ ਕੇਂਦਰ ਦੇ ਵਿੱਚ ਕੈਬਨਿਟ ਮੰਤਰੀ ਨੇ ਤੇ ਹੁਣ ਉਹਨਾਂ ਦੇ ਕੋਲ ਸਿੱਖਿਆ ਮੰਤਰੀ ਦੀ ਵੀ ਜ਼ਿੰਮੇਵਾਰੀ ਡੈਫੀਨਿਟਲੀ ਹੋਵੇਗੀ ਕਿਉਂਕਿ ਵਾਧੂ ਚਾਰਜ ਦੇ ਦਿੱਤਾ ਗਿਆ। ਹਾਲਾਂਕਿ ਇਹ ਵੀ ਸੰਕੇਤ ਮਿਲ ਰਹੇ ਨੇ ਜਿਸ ਤਰੀਕੇ ਨਾਲ ਘਟਨਾਕ੍ਰਮ ਵਾਪਰਿਆ ਕਿ ਹੋ ਸਕਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੇਂਦਰ ਸਰਕਾਰ, ਮੋਦੀ ਸਰਕਾਰ ਦੇ ਵਿੱਚ ਸਾਨੂੰ ਰੀਸ਼ਫਲ ਦੇਖਣ ਨੂੰ ਮਿਲੇ। ਔਰ ਕਿਉਂਕਿ ਇਸ ਦੀਆਂ ਕਿਆਸਰਾਈਆਂ ਤਾਂ ਪਹਿਲਾਂ ਵੀ ਲਗਾਈਆਂ ਜਾ ਰਹੀਆਂ ਸੀ। ਧਰਮਿੰਦਰ ਪ੍ਰਧਾਨ ਦੀ ਇਹ ਤਸਵੀਰ ਹੈ, ਤਾਂ ਇਸ ਦੀਆਂ ਕਿਆਸਰਾਈਆਂ ਪਹਿਲਾਂ ਵੀ ਲਗਾਈਆਂ ਜਾ ਰਹੀਆਂ ਸੀ ਕਿ ਰੀਸ਼ਫਲ ਹੋ ਸਕਦਾ ਹੈ, ਪਰ ਰੀਸ਼ਫਲ ਜਿਹੜਾ ਹੋਣਾ ਸੀ ਉਹ ਟਲ ਗਿਆ। ਔਰ ਇਸ ਸਭ ਦੇ ਵਿਚਾਲੇ ਹੁਣ ਵੀ ਇੱਕ ਵਾਰ ਦੁਬਾਰਾ ਕਿਆਸਰਾਈਆਂ ਲੱਗ ਰਹੀਆਂ ਨੇ। ਫਿਲਹਾਲ ਐਡੀਸ਼ਨਲ ਚਾਰਜ ਦੇ ਦਿੱਤਾ ਗਿਆ ਪ੍ਰਹਲਾਦ ਜੋਸ਼ੀ ਨੂੰ ਦੇਸ਼ ਦੇ ਸਿੱਖਿਆ ਮੰਤਰੀ ਦਾ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਤੋਂ ਬਾਅਦ। ਤਾਂ ਦਿਨ ਦੀ ਵੱਡੀ ਖਬਰ ਇਹ ਰਹੀ ਕਿ ਪੇਪਰ ਲੀਕ ਵਿਵਾਦ ਦੇ ਵਿਚਾਲੇ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੂੰ ਆਖਿਰਕਾਰ ਅਸਤੀਫਾ ਦੇਣਾ ਪਿਆ। ਧਰਮਿੰਦਰ ਪ੍ਰਧਾਨ ਨੇ ਸੋਸ਼ਲ ਮੀਡੀਆ ਦੇ ਜ਼ਰੀਏ ਅਸਤੀਫੇ ਦੀ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ ਨੌਜਵਾਨਾਂ ਦੀ ਹਿੱਤ, ਉਹਨਾਂ ਦੀ ਉਮੀਦਾਂ ਅਤੇ ਆਪਣੀ ਨੈਤਿਕ ਜ਼ਿੰਮੇਵਾਰੀ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਇਹ ਫੈਸਲਾ ਲਿਆ ਗਿਆ। ਦੂਜੇ ਪਾਸੇ ਸੀਜੀਪੀ ਨੇ ਇਸ ਨੂੰ ਵਿਦਿਆਰਥੀਆਂ ਦੇ ਸੰਘਰਸ਼ ਦੀ ਜਿੱਤ ਦੱਸਦੇ ਹੋਏ ਦੇਸ਼ ਭਰ ਦੇ ਵਿੱਚ ਕੈਂਡਲ ਮਾਰਚ ਕੱਢਣ ਦਾ ਐਲਾਨ ਕੀਤਾ। मुझे पिछले एक महीने से बहुत बड़े पॉलिटिशियंस, बहुत बड़े मीडिया वाले कहते थे क्या कर रहे हो, कब तक बैठोगे, नहीं देंगे इस्तीफा। आप जानते नहीं हो इस सरकार को, बहुत ही निर्दयी सरकार है, किसी की नहीं सुनती है ये सरकार, अपनी मनमानी करती है, बहुत जिद्दी सरकार है। 36 दिन हर रोज मुझसे ये सवाल पूछा जाता था, इस्तीफा नहीं होगा तो क्या होगा, ये लोग इस्तीफा नहीं देंगे, मुझे हर किसी ने कहा। ਜਥੇਬੰਦੀ ਦਾ ਕਹਿਣਾ ਹੈ ਕਿ ਲੋਕਤੰਤਰ ਅਤੇ ਨੌਜਵਾਨਾਂ ਦੀ ਇਕਜੁੱਟਤਾ ਦੀ ਜਿੱਤ ਹੈ, ਪਰ ਉਹਨਾਂ ਦੀ ਲੜਾਈ ਅਜੇ ਖਤਮ ਨਹੀਂ ਹੋਈ ਹੈ। ਜੇ ਇਸ ਅਸਤੀਫੇ ਦੇ ਨਾਲ ਇੱਕ ਚੀਜ਼ ਤਾਂ ਸਾਫ਼ ਹੋਗੀ ਕਿ ਨੌਜਵਾਨਾਂ ਦੇ ਪੂਰੇ ਇਕੱਠ ਦੇ ਵਿੱਚ, ਇਕਜੁੱਟਤਾ ਦੇ ਵਿੱਚ ਅਸਰ ਤਾਂ ਬਹੁਤ ਹੈ। ਤੇ ਜਦੋਂ ਨੌਜਵਾਨ ਇਕੱਠੇ ਹੁੰਦੇ ਨੇ, ਵੱਡਾ ਕੋਈ ਟੀਚਾ ਵੀ ਰੱਖਿਆ ਹੋਵੇ, ਉਸਦੇ ਉੱਤੇ ਵੀ ਫਰਕ ਤਾਂ ਪੈਂਦਾ ਹੈ। ਰੈਜ਼ਿਗਨੇਸ਼ਨ ਹੋ ਜਾਂਦਾ ਹੈ ਸਿੱਖਿਆ ਮੰਤਰੀ। ਇਸ ਨੂੰ ਇੱਕ ਤਰੀਕੇ ਦੇ ਨਾਲ ਪਹਿਲਾ ਰੈਜ਼ਿਗਨੇਸ਼ਨ ਦੇਖਿਆ ਜਾ ਰਿਹਾ ਕਰੀਬ 12 ਸਾਲ ਦੇ ਵਿੱਚ। ਹਾਲਾਂਕਿ ਐਮਜੇ ਅਕਬਰ ਇੱਕ ਦਿਨ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀ, ਪਰ ਇਸ ਮਾਹੌਲ ਦੇ ਵਿੱਚ ਵਾਲੇ ਰੈਜ਼ਿਗਨੇਸ਼ਨ ਬਹੁਤ ਇੰਪੋਰਟੈਂਟ ਹੈ। ਉਧਰ ਕੇਂਦਰੀ ਸਿੱਖਿਆ ਮੰਤਰੀ ਦੇ ਅਸਤੀਫੇ ਤੋਂ ਬਾਅਦ ਰਾਹੁਲ ਗਾਂਧੀ ਨੇ ਇਸ ਨੂੰ ਵਿਦਿਆਰਥੀਆਂ ਦੇ ਸੰਘਰਸ਼ ਦੀ ਜਿੱਤ ਦੱਸਿਆ। ਰਾਹੁਲ ਨੇ ਦੇਸ਼ ਭਰ ਦੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਲੋਕਤੰਤਰ, ਸੰਵਿਧਾਨ ਅਤੇ ਆਪਣੇ ਭਵਿੱਖ ਦੀ ਰੱਖਿਆ ਦੇ ਲਈ ਉਹਨਾਂ ਦਾ ਸੰਘਰਸ਼ ਕਾਮਯਾਬ ਰਿਹਾ ਹੈ। सारे के सारे स्टूडेंट्स को दिल से धन्यवाद करना चाहता हूं और मेरे साइड से जो भी उनको सपोर्ट चाहिए, जहां भी सपोर्ट चाहिए, मैं तैयार हूं। कांग्रेस पार्टीज आइडिया विद द प्रोटेस्ट वाज टू सपोर्ट इट होल हार्टेडली। ਰਾਹੁਲ ਗਾਂਧੀ ਨੇ ਕਿਹਾ ਕਿ ਅਜੇ ਵੀ ਦੋ ਅਹਿਮ ਮੰਗਾਂ ਬਾਕੀ ਨੇ। ਉਹਨਾਂ ਨੇ ਪ੍ਰਧਾਨ ਮੰਤਰੀ ਤੋਂ ਵਿਦਿਆਰਥੀਆਂ ਤੋਂ ਮਾਫੀ ਮੰਗਣ ਅਤੇ ਅੰਦੋਲਨ ਦੇ ਦੌਰਾਨ ਹੋਈ ਹਿੰਸਾ ਦੇ ਜ਼ਿੰਮੇਦਾਰ ਲੋਕਾਂ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਦੁਹਰਾਈ। We will not accept our own forces shooting the future of India. So that is going to be a major issue in Parliament. Of course, the students, as I said, have also got the demand of an apology from the Prime Minister. ਰਾਹੁਲ ਨੇ ਕਿਸਾਨਾਂ, ਮਜ਼ਦੂਰਾਂ, ਗਰੀਬਾਂ ਅਤੇ ਹੋਰ ਵਰਗਾਂ ਤੋਂ ਵੀ ਸੰਵਿਧਾਨਿਕ ਤਰੀਕੇ ਦੇ ਨਾਲ ਆਪਣੇ ਅਧਿਕਾਰਾਂ ਦੇ ਲਈ ਖੜੇ ਹੋਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਬਦਲਾਅ ਦਾ ਸਮਾਂ ਆ ਗਿਆ ਹੈ। ਤਾਂ ਬਦਲਾਅ ਦੇ ਸਮੇਂ ਦੀ ਗੱਲ ਹੋ ਰਹੀ ਹੈ, ਪਰ ਸਿੱਖਿਆ ਮੰਤਰੀ ਦਾ ਅਸਤੀਫਾ ਹੋਇਆ ਉਸ ਤੋਂ ਬਾਅਦ ਸਿਆਸੀ ਬਿਆਨਬਾਜ਼ੀ ਖੂਬ ਹੁੰਦੀ ਨਜ਼ਰ ਆਈ ਤੇ ਕ੍ਰੈਡਿਟ ਵਾਰ ਤੁਸੀਂ ਕਹਿ ਸਕਦੇ ਹੋ ਜਾਂ ਫਿਰ ਅਜੇ ਵੀ ਕੇਂਦਰ ਸਰਕਾਰ ਨੂੰ ਘੇਰਿਆ ਜਾ ਰਿਹਾ। ਕੇਂਦਰੀ ਸਿੱਖਿਆ ਮੰਤਰੀ ਦੇ ਅਸਤੀਫੇ ਤੋਂ ਬਾਅਦ ਸਿਆਸੀ ਬਿਆਨਬਾਜ਼ੀ ਕੀ ਹੋ ਰਹੀ ਹੈ ਉਹ ਤੁਹਾਨੂੰ ਸੁਣਾਵਾਂ। ਕਾਂਗਰਸ ਦੀ ਜਨਰਲ ਸਕੱਤਰ ਪ੍ਰਿੰਕਾ ਗਾਂਧੀ ਨੇ ਇਸ ਨੂੰ ਦੇਸ਼ ਦੇ ਨੌਜਵਾਨਾਂ ਦੇ ਸੰਘਰਸ਼ ਦੀ ਜਿੱਤ ਦੱਸਿਆ ਅਤੇ ਕਿਹਾ ਕਿ ਲੋਕਤਾਂਤਰਿਕ ਆਵਾਜ਼ ਨੂੰ ਦਬਾਇਆ ਨਹੀਂ ਜਾ ਸਕਦਾ। I'm very happy for many reasons, but the main reason is that I believe today, the 25th of July 2026, is the day that the people of our country have started claiming their country back. ਉਧਰ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਨੌਜਵਾਨਾਂ ਦਾ ਅੰਦੋਲਨ ਰੰਗ ਲਿਆਇਆ ਅਤੇ ਲੋਕਤੰਤਰ ਦੀ ਵੱਡੀ ਜਿੱਤ ਹੈ।
बहुत खुशी की बात है, आप लोगों का संघर्ष रंग लाया। धर्मेंद्र प्रधान को अल्टीमेटली इस्तीफा देना पड़ा। ये पूरी डेमोक्रेसी की बहुत बड़ी जीत है। ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਕਿ ਕਾਂਗਰਸ ਸ਼ੁਰੂ ਤੋਂ ਹੀ ਵਿਦਿਆਰਥੀਆਂ ਦੇ ਨਾਲ ਖੜੀ ਰਹੀ ਹੈ। ਬੇਹੱਦ ਮਾੜੀ ਗੱਲ ਹੈ। ਸਰਕਾਰ ਨੂੰ ਪਹਿਲਾਂ ਇਹਦੇ ਬਾਰੇ ਤਵੱਜੋ ਦੇਣੀ ਚਾਹੀਦੀ ਸੀ ਔਰ ਅਸੀਂ ਨੌਜਵਾਨਾਂ ਦੇ ਨਾਲ ਹਾਂ। ਉੱਥੇ ਪੰਜਾਬ ਸਰਕਾਰ ਦੀ ਕੈਬਨਿਟ ਮੰਤਰੀ ਨੇ ਟਿੱਪਣੀ ਕਰਦੇ ਹੋਏ ਕਿਹਾ ਕਿ ਬੱਚਿਆਂ ਦੇ ਸੰਘਰਸ਼ ਦੀ ਜਿੱਤ ਹੈ, ਇਸ ਦੇ ਨਾਲ ਸੱਤਾ ਦਾ ਹੰਕਾਰ ਟੁੱਟਿਆ है। उनको इंसाफ मिलना चाहिए। तो मैं समझता हूँ बड़ी देरी से ये इंसाफ हमारे बच्चों को मिला है। हमारे बच्चों की बहुत बड़ी जीत हुई है। ਅਸਤੀਫੇ ਤੋਂ ਬਾਅਦ ਸਿਆਸੀ ਬਿਆਨਬਾਜ਼ੀ ਲਗਾਤਾਰ ਤੇਜ਼ ਹੋ ਰਹੀ ਹੈ। ਖੈਰ ਰੈਜ਼ਿਗਨੇਸ਼ਨ ਹੋ ਗਿਆ ਤੇ ਅੰਦੋਲਨ ਖਤਮ ਕਰਨ ਦਾ ਐਲਾਨ ਹੋ ਗਿਆ, ਪਰ ਸਿਆਸਤ ਫਿਲਹਾਲ ਜਾਰੀ ਹੈ। ਹੁਣ ਮੈਂ ਅੱਗੇ ਵਧਦਾ ਤੇ ਵਾਰੀ ਅੱਜ ਦੇ ਸਵਾਲ ਵੀ, ਅੱਜ ਦਾ ਸਵਾਲ ਡੈਫੀਨਿਟਲੀ ਸਾਨੂੰ ਇਸ ਦੇ ਨਾਲ ਜੁੜਿਆ ਹੀ ਪੁੱਛਣਾ ਚਾਹੀਦਾ ਸੀ, ਉਹੀ ਪੁੱਛ ਰਹੇ ਹਾਂ। ਅੰਦੋਲਨ ਦੇ ਨਾਲ ਜੁੜਿਆ ਹੋਇਆ ਸਵਾਲ ਆਏਗਾ ਸਕਰੀਨ ਦੇ ਉੱਤੇ। ਭ੍ਰਿਸ਼ਟਾਚਾਰ ਵਿਰੋਧੀ ਅੰਦੋਲਨ ਦੇਸ਼ ਦੇ ਵਿੱਚ ਹੋਏ ਨੇ। ਸਾਡੇ ਦੇਸ਼ ਦੇ ਵਿੱਚ ਸਭ ਤੋਂ ਵੱਡਾ ਭ੍ਰਿਸ਼ਟਾਚਾਰ ਵਿਰੋਧੀ ਅੰਦੋਲਨ ਕਿਹੜਾ ਸੀ? ਮੈਂ 4 ਆਪਸ਼ਨ ਤੁਹਾਡੇ ਸਾਹਮਣੇ ਰੱਖ ਰਿਹਾ। ਤਕਰੀਬਨ ਮਿਲਾਦਾ ਤੁਸੀਂ ਸਾਰੇ ਸੁਣੇ ਹੋਣਗੇ। ਆਪਸ਼ਨ ਏ ਸ਼ਾਹੀਨ ਬਾਗ ਅੰਦੋਲਨ, ਆਪਸ਼ਨ ਬੀ ਨਵ ਨਿਰਮਾਣ ਅੰਦੋਲਨ, ਆਪਸ਼ਨ ਸੀ ਅੰਨਾ ਅੰਦੋਲਨ, ਆਪਸ਼ਨ ਡੀ ਮੰਡਲ ਅੰਦੋਲਨ। ਇੱਕ ਦੌਰ ਸੀ 90-91 ਦਾ, ਮੰਡਲ ਕਮੰਡਲ ਦਾ ਬਹੁਤ ਚਰਚਾ ਰਹੀ ਸਾਡੇ ਦੇਸ਼ ਦੇ ਵਿੱਚ। ਕਿਹੜਾ ਅੰਦੋਲਨ ਭ੍ਰਿਸ਼ਟਾਚਾਰ ਵਿਰੋਧੀ ਸੀ? ਇਹ ਅੱਜ ਦਾ ਸਵਾਲ ਹੈ। ਜਵਾਬ ਥੋੜੀ ਦੇਰ ਦੇ ਵਿੱਚ ਪੂਰੀ ਜਾਣਕਾਰੀ ਦੇ ਨਾਲ ਅਸੀਂ ਤੁਹਾਡੇ ਸਾਹਮਣੇ ਰੱਖਾਂਗੇ। ਹੁਣ ਮੈਂ ਅੱਗੇ ਵਧਣ ਲਈ ਖਬਰ ਦਾ ਰੁਖ ਕਰਦਾ। ਇਸ ਅੰਦੋਲਨ ਦੇ ਨਾਲ ਜੁੜੀ ਹੋਈ ਹੈ ਵਿਦਿਆਰਥੀ ਅੰਦੋਲਨ ਦੇ ਵਿਚਾਲੇ ਸੋਨਮ ਵਾਂਗਚੁਕ ਨੇ ਸਰਕਾਰ ਤੋਂ ਡੀਲ ਦੇ ਇਲਜ਼ਾਮਾਂ ਦੇ ਉੱਤੇ ਕਰੜਾ ਪ੍ਰਤੀਕਰਮ ਦਿੱਤਾ। ਵਿਦਿਆਰਥੀ ਅੰਦੋਲਨ ਦੇ ਵਿਚਾਲੇ ਸੋਨਮ ਵਾਂਗਚੁਕ ਨੇ ਸਰਕਾਰ ਦੇ ਨਾਲ ਕਥਿਤ ਸਮਝੌਤੇ ਦੇ ਇਲਜ਼ਾਮਾਂ ਨੂੰ ਲੈ ਕੇ ਕਿਹਾ ਕਿ ਉਹਨਾਂ ਨੂੰ ਇਹ ਸੁਣ ਕੇ ਬੇहद ਦੁੱਖ ਹੋਇਆ ਅਤੇ ਸਵਾਲ ਚੁੱਕਿਆ ਕਿ ਕੀ ਹੁਣ ਉਹਨਾਂ ਨੂੰ ਆਪਣੀ ਈਮਾਨਦਾਰੀ ਸਾਬਿਤ ਕਰਨੀ ਹੋਵੇਗੀ। 26 दिन भूखा रहने के बाद, जिसमें कि मेरे 11 किलो शरीर ख़त्म हो चुका है, दिल्ली की तपती धूप में बैठकर ये सब करने के बाद क्या मुझे किसी से कैरेक्टर सर्टिफिकेट लेनी होगी? क्या डील हुआ, क्या सौदा हुआ, ये सब मुझे जवाब देना होगा। ਦੂਜੇ ਪਾਸੇ ਵਿਦਿਆਰਥੀ ਅੰਦੋਲਨ ਦੇ ਵਿਚਾਲੇ ਸੀਜੇਪੀ ਦੇ ਫਾਊਂਡਰ ਅਭਿਜੀਤ ਦੀਪਕੇ ਨੇ ਸੋਸ਼ਲ ਮੀਡੀਆ ਦੇ ਜ਼ਰੀਏ ਜਾਣਕਾਰੀ ਦਿੱਤੀ ਕਿ ਉਹ ਟਾਈਫਾਈਡ ਦੇ ਨਾਲ ਪੀੜਤ ਨੇ। कुछ दिनों से मेरी तबीयत खराब थी, सो ब्लड रिपोर्ट्स आ गए एंड आई हैव बीन डायग्नोज्ड विद टाइफाइड और ट्रीटमेंट चल रहा है मेरा। रोज़ सुबह और शाम को आईवीज लग रहे। बट आई रियली वांट टू थैंक ऑल द कॉकरोचेस जो पूरे देश भर में पीसफुली प्रोटेस्ट कर रहे हैं और इस मूवमेंट को इतना सक्सेसफुल बना दिया है आप लोगों ने। अ बिग थैंक यू टू ऑल। ਹਾਲਾਂਕਿ ਉਹਨਾਂ ਨੇ ਕਿਹਾ ਕਿ ਅੰਦੋਲਨ ਅਤੇ ਵਿਦਿਆਰਥੀਆਂ ਦੇ ਹਿੱਤਾਂ ਦੀ ਲੜਾਈ ਉਹ ਜਾਰੀ ਰੱਖਣਗੇ।